हाँ जी बेटा, जी अपनी रह गई सी एक एग्जाम्पल 8th एक्सरसाइज की। ठीक है, वो करते हैं। तो सब तो पहले अपन कुछ डेफिनेशन दिखिया होंगे ने। तो फस्ट दी हुई अपन कॉन्सटेंट मोशन की होंदा गा, कहते आ बॉडी इज सैड टू बी कॉन्सटेंट वैन कहते वन और मोर पॉइंट अपने कोल ऑफ आ बॉडी दे आर फिक्सड आ। ਜਦੋਂ ਕਹਿੰਦੇ ਆ ਕੋਈ ਬੋਡੀ ਦਿੱਤੀ ਹੋਈ ਆ ਉਹਦੇ ਇੱਕ ਜਾਂ ਇੱਕ ਤੋਂ ਜ਼ਿਆਦਾ ਪੁਆਇੰਟ ਫਿਕਸ ਆ। ਇਫ ਕਹਿੰਦੇ ਇੱਕ ਪੁਆਇੰਟ ਕੀ ਆ, 1 ਪੁਆਇੰਟ ਬੋਡੀ ਦਾ ਫਿਕਸ ਕੀਤਾ ਗਿਆ, ਦੈਨ ਇਟ ਟਰਨ ਅਬਾਊਟ ਦੈਟ ਪੁਆਇੰਟ ਓਨਲੀ। ਮਤਲਬ ਕੋਈ ਆਪਣੇ ਕੋਲੇ ਬੋਡੀ ਆ ਦਿੱਤੀ ਹੋਈ ਆ, ਠੀਕ ਆ, ਉਹਦਾ ਜੇ ਕੋਈ ਆਪਾਂ ਇੱਕ ਪੁਆਇੰਟ ਲੈ ਲਈਏ, ਫਿਕਸ ਕਰ ਦਈਏ ਉਹਨੂੰ, ਦੈਨ ਆਪਣੀ ਬੋਡੀ ਕੀ ਆ ਉਹਦੇ ਉੱਪਰ ਹੀ ਟਰਨ ਕਰੇਗੀ। ਠੀਕ ਹੈ, ਇਫ ਕਹਿੰਦੇ ਇਫ 2 ਪੁਆਇੰਟ ਆਫ ਦਾ ਬੋਡੀ ਆਰ ਫਿਕਸਡ, ਜੇ ਕਹਿੰਦੇ ਆਪਾਂ 2 ਪੁਆਇੰਟ ਫਿਕਸ ਕਰ ਦਈਏ ਬੋਡੀ ਦੇ, ਮਤਲਬ 1 ਤੋਂ ਲੈ ਕੇ 2 ਤੱਕ ਆਪਾਂ ਦੋਨੋਂ ਪੁਆਇੰਟ ਫਿਕਸ ਕੀਤੇ, ਦੈਨ ਕੀ ਹੋਇਆ, ਕਹਿੰਦੇ ਫਿਕਸ ਕੀਤੇ, ਦੈਨ ਇਟ ਕੈਨ ਟਰਨ ਅਬਾਊਟ ਦੈਟ ਐਕਸ ਐਕਸਿਸ ਜੁਆਇਨਿੰਗ ਦਾ 2 ਪੁਆਇੰਟ। ਇਹਨਾਂ ਨੂੰ ਜੁਆਇਨਿੰਗ ਕਰਦੀ ਆਪਾਂ ਐਕਸ ਐਕਸਿਸ ਖਿੱਚੀ ਆ, ਠੀਕ ਹੈ, ਦੈਨ ਬੋਡੀ ਕੀ ਆ ਆਪਣੀ ਟਰਨ ਕਰੇਗੀ ਅਬਾਊਟ ਇਸ ਪੁਆਇੰਟ ਦੇ, ਜੁਆਇਨਿੰਗ ਵਾਲੀ ਪੁਆਇੰਟ ਦੇ ਅਰਾਊਂਡ। ਠੀਕ ਹੈ, ਇਫ 3 ਪੁਆਇੰਟ ਕਹਿੰਦੇ ਨਾਟ ਆਲ ਲਾਈਂਗ ਔਨ ਸੇਮ ਲਾਈਨ ਆਰ ਫਿਕਸਡ, ਜੇ ਕਹਿੰਦੇ ਤਿੰਨੇ ਦੇ ਤਿੰਨੇ ਪੁਆਇੰਟ ਹੀ ਲਾਈ ਕਰ ਰਹੇ ਨੇ, ਕਹਿੰਦੇ ਸੇਮ ਲਾਈਨ ਦੇ ਉੱਪਰ ਨਹੀਂ ਲਾਈ ਕਰ ਰਹੇ ਤੇ ਫਿਕਸ ਨਹੀਂ ਕੀਤੇ ਗਏਗੇ, ਦਾ ਬੋਡੀ ਇਟ ਸੈਲਫ ਵੁੱਡ ਬੀ ਫਿਕਸਡ, ਦੈਨ ਕੀ ਆ ਬੋਡੀ ਕਹਿੰਦੇ ਇਟ ਸੈਲਫ ਆਪਣੇ ਆਪ ਹੀ ਫਿਕਸ ਹੋ ਜਾਏਗੀ, ਐਂਡ ਇਟ ਨਾਟ ਮੂਵ ਐਟ ਆਲ, ਦੈਨ ਕੀ ਆ ਬੋਡੀ ਇਹਨਾਂ ਦੇ ਉੱਪਰ ਮੂਵ ਨਹੀਂ ਕਰੂਗੀ। ਤਾਂ ਅੱਗੇ ਵੀ ਉਹੀ ਦਿੱਤਾ ਹੋਇਆ ਗਾ, ਜਦੋਂ ਇੱਕ ਪੁਆਇੰਟ ਫਿਕਸ ਆ ਬੋਡੀ ਦਾ ਉਦੋਂ ਕੀ ਹੋਊਗਾ, ਠੀਕ ਹੈ। ਤਾਂ ਉਸ ਕੰਡੀਸ਼ਨ ਦੇ ਵਿੱਚ ਆਪਣੇ ਕੋਲੇ ਕੀ ਹੋਇਆ ਕਰੂਗਾ, ਕਹਿੰਦੇ ਵੈਨ ਦਾ ਰਿਜਿਡ ਬੋਡੀ ਹੈਜ਼ 1 ਪੁਆਇੰਟ ਫਿਕਸ ਕੀਤਾ ਗਿਆ ਗਾ, ਦੈਨ ਆਪਣਾ ਫੋਰਸ ਆ ਜਿਹੜਾ ਉਸ ਪੁਆਇੰਟ ਦੇ ਵਿੱਚੋਂ ਪਾਸ ਕਰ ਰਿਹਾ, ਇਟ ਵਿਲ ਵੀ ਇਕੁਇਲੀਬਰੀਅਮ ਹੋਊਗੀ। ਕਦੋਂ ਹੋਊਗੀ, ਕਹਿੰਦੇ ਇਫ ਦਾ ਅਲਜੈਬਰਾਇਕ ਸਮ ਆਫ ਦਾ ਮੂਵਮੈਂਟ ਆਫ ਦਾ ਫੋਰਸ ਅਬਾਊਟ ਦਾ ਪੁਆਇੰਟ ਕੀ ਹੋਊਗਾ, 0 ਹੋਊਗਾ। ਮਤਲਬ ਕੀ ਆ, ਜਦੋਂ ਇੱਕ ਪੁਆਇੰਟ ਦੇ ਉੱਪਰ ਫਿਕਸ ਹੋਇਆ ਕਰੂਗੀ ਆਪਣੀ ਬੋਡੀ, ਦੈਨ ਆਪਣੀਆਂ ਮੂਵਮੈਂਟ ਦਾ ਕੀ ਹੋਇਆ ਕਰੂਗਾ, ਅਲਜੈਬਰਾਇਕ ਸਮ 0 ਹੋਇਆ ਕਰੇਗਾ, ਠੀਕ ਹੈ। ਤਾਂ ਨਾਓ ਨੈਕਸਟ, ਜਦੋਂ ਕੀ ਹੈ ਇਹ ਐਕਸ ਐਕਸਿਸ 'ਤੇ ਫਿਕਸ ਹੋਇਆ ਕਰੂਗੀ, ਉਦੋਂ ਕੀ ਹੋਇਆ ਕਰੂਗਾ ਆਪਣੇ ਕੋਲੇ, ਕਹਿੰਦੇ ਵੈਨ ਰਿਜਿਡ ਬੋਡੀ ਹੈਜ਼ ਆ ਐਨ ਐਕਸ ਐਕਸਿਸ ਫਿਕਸਡ ਟੈਕਟਡ ਅਪ ਟੂ ਬਾਈ ਫੋਰਸ ਹੂਜ਼ ਡਾਇਰੈਕਸ਼ਨ ਆਰ ਪਰਪੈਂਡੀਕੂਲਰ ਦਿੱਤੀਆਂ ਹੋਈਆਂ ਨੇ ਐਕਸ ਐਕਸਿਸ ਦੇ, ਇਕੁਇਲੀਬਰੀਅਮ ਕਦੋਂ ਹੋਊਗੀ, ਇਫ ਕਹਿੰਦੇ ਅਲਜੈਬਰਾਇਕ ਸਮ ਆਫ ਦਾ ਮੂਵਮੈਂਟ ਅਬਾਊਟ ਪੁਆਇੰਟ ਜਿਹੜਾ ਆਪਾਂ ਫਿਕਸ ਕੀਤਾ ਸੀ ਇਹ 'ਤੇ ਕੀ ਆ, ਵੈਨਿਸ਼ ਹੋ ਜਾ ਕਰੇਗਾ, ਠੀਕ ਹੈ। ਹੁਣ ਨਾਓ ਕੀ ਆ, ਟਪੋਲਿੰਗ ਕੀ ਹੋਇਆ ਕਰੂ ਆਪਣੇ ਕੋਲੇ, ਆ ਬੋਡੀ ਵਿਲ ਟਪੋਲ ਕਹਾਂਗੇ ਅਬਾਊਟ ਆ ਪੁਆਇੰਟ, ਕਿਸ ਪੁਆਇੰਟ ਦੇ ਉੱਤੇ ਕਹਾਂਗੇ, ਔਰ ਆ ਲਾਈਨ ਦੇ ਉੱਪਰ, ਜਦੋਂ ਆਪਣੇ ਕੋਲੇ ਉਹਦਾ ਅਲਜੈਬਰਾਇਕ ਸਮ ਆਫ ਦਾ ਮੂਵਮੈਂਟ ਆਫ ਦਾ ਫੋਰਸ ਅਬਾਊਟ ਦੈਟ ਪੁਆਇੰਟ ਔਰ ਲਾਈਨ ਇਜ਼ ਗ੍ਰੇਟਰ ਦੈਨ ਅਲਜੈਬਰਾਇਕ ਸਮ ਆਫ ਮੂਵਮੈਂਟ ਆਫ ਦਾ ਫੋਰਸ ਔਨ ਦਾ ਅਦਰ ਸਾਈਡ। ਮਤਲਬ ਕਿ ਇੱਕ ਪੁਆਇੰਟ ਤੋਂ ਅਲਜੈਬਰਾਇਕ ਸਮ ਆ ਜਿਹੜਾ ਮੂਵਮੈਂਟ ਦਾ ਦੂਸਰੇ ਵਾਲੇ ਪੁਆਇੰਟ ਤੋਂ ਕੀ ਹੋਇਆ ਕਰੂਗਾ, ਅਦਰ ਸਾਈਡ ਤੋਂ ਦੇਖਿਆ ਕਰਾਂਗੇ ਤਾਂ ਕੀ ਆ, ਗ੍ਰੇਟਰ ਹੋਇਆ ਕਰੇਗਾ। ਨਾਓ ਨੈਕਸਟ ਜਿਹੜੀ ਆਪਣੀ ਇੱਕ ਐਗਜ਼ਾਮਪਲ ਰਹਿ ਗਈ ਸੀ ਉਹ ਵਾਲੀ, ਕਹਿੰਦੇ ਆ ਟਰਾਇੰਗੂਲਰ ਲੈਮੈਨੀਆ ਕੀ ਹੁੰਦਾ ਗਾ, ਕੋਈ ਪਲੇਟ ਜਾਂ ਸ਼ੀਟ ਕੁਛ ਵੀ ਕਹਿ ਲਓ, ਠੀਕ ਆ। ਅਬਸਲਿਊਟ ਐਂਗਲ ਦਿੱਤਾ ਹੋਇਆ ਆਪਾਂ ਨੂੰ C ਦਿੱਤਾ ਹੋਇਆ ਗਾ, ਸਟੈਂਡ ਵਿਦ ਸਾਈਡ ਕੀ ਦਿੱਤੀ ਹੋਈ ਆ A ਤੋਂ C, ਕਨੈਕਟ ਆ ਕਹਿੰਦੇ ਵਿਦ ਟੇਬਲ ਦੇ ਨਾਲ, ਸ਼ੋਅ ਕਰਨਾ ਗਾ ਦੈਟ ਲੀਸਟ ਵੇਟ ਵਿਚ ਸਸਪੈਂਡਡ ਫਰੋਮ B ਵਿਲ ਓਵਰਟਰਨ ਦਾ ਟਰਾਇੰਗਲ ਇਜ਼ ਦਿਸ ਫਾਰਮ 'ਚ ਹੋਵੇਗੀ, W ਆਪਣੇ ਕੋਲੇ ਵੇਟ ਹੋਊਗਾ ਟਰਾਈਐਂਗਲ ਦਾ, ਵਟ ਵੁੱਡ ਹੈਪਨ ਦਿਸ, ਜਦੋਂ ਕਹਿੰਦੇ ਆਹ ਵਾਲੀ ਕੰਡੀਸ਼ਨ ਆਪਣੀ ਹੋਵੇਗੀ, C ਗ੍ਰੇਟਰ ਹੋਵੇਗਾ, ਦੈਨ ਕੀ ਹੈਪਨ ਹੋਊਗਾ, ਠੀਕ ਆ। ਤਾਂ ਆਪਾਂ ਕੀ ਆ, ਸਭ ਤੋਂ ਪਹਿਲਾਂ ਕੋਈ G ਲੈਤਾ, C ਤੋਂ G ਕਹਿੰਦੇ ਆਫ ਦਾ ਲਮੀਨੀਆ ਦਾ, ਠੀਕ ਆ, ਕੀ ਲੈਤਾ ਕਹਿੰਦੇ ਐਂਡ B ਮੀਟ ਕਰ ਰਿਹਾ A ਤੋਂ C, ਆਪਾਂ ਨੂੰ ਲਾਈਨ ਦਿੱਤੀ ਹੋਈ ਸੀ, B ਪੁਆਇੰਟ A ਤੋਂ C ਲਾਈਨ 'ਤੇ ਮੀਟ ਕਰ ਰਿਹਾ ਗਾ, ਕਿਹਦੇ ਨਾਲ ਕਰ ਰਿਹਾ ਗਾ, E ਤੇ F ਪੁਆਇੰਟ ਰਿਸਪੈਕਟਿਵਲੀ। G ਕੀ ਲੈ ਰਹੇ ਹਾਂ ਆਪਾਂ, ਇਹਦੇ B ਤੇ C ਦੇ ਵਿੱਚ ਮਿਡਲ ਦੇ ਵਿੱਚ ਲੈ ਰਹੇ ਹਾਂ, C ਤੋਂ A ਦੇ ਵਿੱਚ। ਨਾ ਉਹ ਆਪਣੇ ਕੋਲੇ ਵੇਟ W ਆਪਾਂ ਨੂੰ ਦਿੱਤਾ ਹੋਇਆ ਸੀ, ਵੀ ਆਪਣਾ ਲਟਕ ਰਿਹਾ ਸੀ, ਠੀਕ ਹੈ, ਤੇ ਆਪਾਂ ਦੂਸਰੇ ਵਾਲਾ ਲੈਤਾ X ਲੈਤਾ B ਤੋਂ, ਠੀਕ ਆ। ਪੂਰੇ ਦੀ ਲੈਂਥ ਆਪਾਂ B ਤੋਂ F ਵਾਲੇ ਦੀ A ਮੰਨ ਕੇ ਚੱਲੋਗੇ ਤੁਸੀਂ, B F ਤੋਂ C ਦੀ ਲੈਂਥ ਤੁਹਾਡੇ ਕੋਲੇ ਕੀ ਦਿੱਤੀ ਹੋਊਗੀ, B ਦਿੱਤੀ ਹੋਊਗੀ, ਇਹ ਤੁਸੀਂ ਮੰਨ ਕੇ ਚੱਲਣਾ, ਇੱਥੇ ਲਿਖਿਆ ਨਹੀਂ ਹੋਇਆ ਗਾ।
ਠੀਕ ਹੈ, ਇਹ ਤੁਸੀਂ ਬੇਟਾ ਲਿਖ ਲਿਓ ਆਪਣਾ। ਨਾਓ ਨੈਕਸਟ ਕੀ ਆ, ਆਪਾਂ C ਤੋਂ F ਜਾ ਰਹੇ ਹਾਂ, ਠੀਕ ਹੈ, C ਤੋਂ F। ਤਾਂ ਹੁਣ ਆਪਣੇ ਕੋਲੇ ਕੀ ਆ ਰਹੀ ਸੀਗੀ, ਪੂਰਾ ਇਹਦੇ ਸਾਹਮਣੇ ਵਾਲੀ ਲੈਂਥ A ਇੰਟੂ cos, ਆਪਣੇ ਕੋਲੇ ਐਂਗਲ ਕਿੰਨੇ ਦਾ ਬਣ ਰਿਹਾ ਸੀਗਾ, ਆਪਣੇ ਕੋਲੇ ਪੂਰੀ ਲਾਈਨ ਦੇ ਉੱਤੇ 80 ਦਾ ਐਂਗਲ ਬਣਦਾ ਗਾ, ਆਪਾਂ ਹਾਫ ਵਾਲਾ ਕੱਢ ਰਹੇ ਹਾਂ, ਮਤਲਬ 180 ਮਾਈਨਸ C। ਲੀਨੀਅਰ ਲਾਈਨ ਦੇ ਉੱਪਰ ਪੂਰੇ ਐਂਗਲਾਂ ਦਾ ਜੋੜ ਹੁੰਦਾ 180, ਠੀਕ ਹੈ। ਤਾਂ ਆਪਾਂ ਇਕੱਲਾ C ਐਂਗਲ ਨਿਕਾਲ ਰਹੇ ਹਾਂ, ਤਾਂ 180 ਮਾਈਨਸ C, cos ਰੋਟੇਟ ਹੋ ਕੇ ਮਾਈਨਸ 'ਚ ਆ ਜਾਏਗਾ। ਨਾ ਉਹ cos C ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ, cos A ਦਾ ਫਾਰਮੂਲਾ ਕੀ ਹੁੰਦਾ ਗਾ, ਦੇਖੋ A ਸਕੇਅਰ ਇਜ਼ ਇਕਲ ਟੂ B ਸਕੇਅਰ ਪਲੱਸ C ਸਕੇਅਰ ਮਾਈਨਸ 2AB cos A। ਇੱਥੋਂ ਤੁਹਾਡੇ cos A ਦੀ ਆਹ ਵਾਲੀ ਵੈਲਿਊ ਨਿਕਲੂਗੀ। ਸਿਮੀਲਰਲੀ ਜਦੋਂ ਤੁਸੀਂ cos C ਦੀ ਵੈਲਿਊ ਕੱਢੋਗੇ ਤਾਂ ਤੁਹਾਡੇ ਕੋਲੇ ਕੀ ਨਿਕਲੂਗੀ, A ਸਕੇਅਰ ਪਲੱਸ B ਸਕੇਅਰ ਮਾਈਨਸ C ਸਕੇਅਰ, ਕਿਉਂਕਿ ਦੇਖੋ cos A ਕੱਢਿਆ ਸੀ, A ਮਾਈਨਸ ਹੋ ਰਿਹਾ ਸੀਗਾ, ਹੁਣ C ਕੱਢ ਰਹੇ ਹਾਂ ਤਾਂ C ਮਾਈਨਸ ਹੋਵੇਗਾ, ਨੀਚੇ ਉਸੇ ਤਰ੍ਹਾਂ 2AB, ਕਿਉਂਕਿ cos A ਦੇ ਵਿੱਚ B ਤੇ C ਲੱਗੇ ਸੀਗੇ, cos C ਦੇ ਵਿੱਚ ਕੀ ਆਊਗਾ ਫਿਰ A ਤੋਂ B, ਮੂਰੇ ਮਾਈਨਸ ਲੱਗੀ ਹੋਈ ਸੀ A ਦੇ ਨਾਲ A ਕੈਂਸਲ ਹੋ ਗਈ, ਮਾਈਨਸ ਨੂੰ ਆਪਾਂ ਮਲਟੀਪਲਾਈ ਕਰਤਾ। ਨਾਓ ਨੈਕਸਟ ਦੇਖੋ D ਤੋਂ F ਕੱਢ ਰਹੇ ਹਾਂ ਹੁਣ ਆਪਾਂ, D ਤੋਂ F ਆਪਣੇ ਕੋਲੇ ਕੀ ਆ, D ਤੋਂ F ਕੱਢ ਰਹੇ ਸੀ, ਉਹ ਕਿਹਦਾ ਆ ਰਿਹਾ ਹੈਗਾ ਫਿਰ, C ਤੋਂ E ਪਾਰਟ ਕਿੰਨੇ ਪਾਰਟਾਂ ਦਾ ਕਰਕੇ ਆ ਰਿਹਾ ਹੈਗਾ, ਦੇਖੋ 1 2 3 ਪਾਰਟਸ ਨੂੰ ਮਿਲਾ ਕੇ ਆ ਰਿਹਾ। ਦੈਨ ਫਿਰ ਆਪਣੇ ਕੋਲੇ ਕੀ ਆ ਗਿਆ, D ਤੋਂ E ਕਿਹਦੇ ਬਰਾਬਰ ਆ ਗਿਆ ਆਪਣਾ 1/3 DF। DF ਨੂੰ ਕਿਹਦੇ 'ਚ ਤੋੜਤਾ ਅੱਗੇ ਆਪਾਂ ਡਾਇਗਰਾਮ ਦੇ ਵਿੱਚ, ਦੇਖੋ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, D ਤੋਂ F ਨੂੰ DC ਪਲੱਸ CF ਲਿਖ ਸਕਦੇ ਹਾਂ, ਠੀਕ ਆ। ਟਰਾਈਐਂਗਲਸ ਆਪਾਂ ਨੂੰ ਸਿਮੀਲਰ ਦਿੱਤੀਆਂ ਹੋਈਆਂ ਨੇ, ਆਪਣੇ ਕੋਲੇ ਕੀ ਆਹ ਵਾਲੀ ਪ੍ਰੋਪਰਟੀ ਆ ਜਾਏਗੀ, ਠੀਕ ਹੈ। ਨਾਓ D ਤੋਂ C ਪੂਰੀ ਲੈਂਥ ਮੈਂ ਤੁਹਾਨੂੰ ਦੱਸਿਆ ਸੀ B ਲੈਣੀ ਹੈ, ਦੈਨ ਜਦੋਂ D ਤੋਂ C ਕੱਢੋਗੇ ਤੁਹਾਡੇ ਕੋਲੇ ਕੀ ਆ ਜਾਊਗਾ B/2। ਸਿਮੀਲਰਲੀ CF ਕੱਢੋਗੇ, ਉਹ ਕੀ ਆਇਆ ਹੋਇਆ ਸੀ ਆਪਣੇ ਕੋਲੇ -A cos C। ਨਾਓ CE ਕੱਢੋਗੇ ਜਦੋਂ ਕੀ ਆਊਗਾ ਫਿਰ, CE ਕਿਵੇਂ ਫਾਈਂਡ ਆਊਟ ਕਰੋਗੇ, ਡਾਇਗਰਾਮ ਦੇ ਵਿੱਚ ਦੇਖੋ CD ਚੋਂ DE ਕਰੋਗੇ, ਠੀਕ ਹੈ। CD ਆਪਾਂ ਕੱਢੀ ਹੋਈ ਸੀਗੀ, ਠੀਕ ਹੈ, ਕੀ ਆਈ ਸੀ ਆਪਣੇ ਕੋਲੇ B/2। ਨਾਓ D ਤੋਂ E ਦੀ ਵੈਲਿਊ ਪੁੱਟ ਕਰ ਦਿਓ ਇਹਦੇ ਵਿੱਚ, cos C ਅਗੇਨ ਆ ਗਿਆ, cos C ਦਾ ਅਗੇਨ ਫਾਰਮੂਲਾ ਖੋਲ ਦਿਓ, ਕੰਡੀਸ਼ਨ ਆ ਜਾਏਗੀ ਆਪਣੇ ਕੋਲੇ। ਹੁਣ ਤੁਸੀਂ ਮੂਵਮੈਂਟ ਕੱਢਣੀ ਆ, C ਪੁਆਇੰਟ ਤੇ ਕੱਢ ਰਹੇ ਹੋ, ਦੇਖੋ ਹਾਂਜੀ C ਪੁਆਇੰਟ ਤੇ ਕੱਢ ਰਹੇ ਹੋ ਮੂਵਮੈਂਟ, ਠੀਕ ਆ। C ਪੁਆਇੰਟ ਦੇ ਉੱਪਰ ਦੇਖੋ ਹੁਣ ਆਪਣਾ C ਪੁਆਇੰਟ ਤੇ ਕੱਢਣੀ ਆ, ਠੀਕ ਹੈ ਆਪਾਂ ਮੂਵਮੈਂਟ। C ਦੇ ਉੱਪਰ ਸਭ ਤੋਂ ਪਹਿਲਾਂ X ਲਟਕਿਆ ਹੋਇਆ ਸੀਗਾ, X ਨਾਲ ਕੀ ਆ ਰਿਹਾ ਸੀ ਆਪਣਾ, ਦੇਖੋ X ਦੇ ਨਾਲ ਆਪਣਾ ਆ ਰਿਹਾ ਸੀਗਾ F ਤੋਂ C ਤੱਕ, ਜਾਂ ਫਿਰ C ਤੋਂ F ਲਿਖ ਲਓ ਕੁਛ ਵੀ, ਠੀਕ ਹੈ। C ਤੇ ਕੱਢ ਰਹੇ ਸੀ ਇਸ ਲਈ C ਪਹਿਲਾਂ ਲੱਗੂਗਾ CF। ਨਾ ਉਹ ਦੂਜਾ ਵੇਟ ਕੀ ਸੀ ਆਪਣੇ ਕੋਲੇ W ਕਿਹਦੇ ਲਟਕਿਆ ਹੋਇਆ ਸੀ ਆਪਣਾ C ਤੋਂ E ਪੁਆਇੰਟ ਦੇ ਉੱਪਰ, ਠੀਕ ਹੈ। ਤਾਂ ਇਹ ਪੁਆਇੰਟ ਦੋਨੋਂ ਲਿਖਤੇ, ਇਹੀ ਅੱਗੇ ਦੇਖੋ ਆਪਣੇ ਡਾਇਗਰਾਮ ਦੇ ਵਿੱਚ ਸਟੇਟਮੈਂਟ ਦੇ ਵਿੱਚ ਲਿਖੇ ਹੋਏ ਆ, ਠੀਕ ਆ। ਦੋਨੋਂ ਪੁਆਇੰਟ ਲਿਖਤੇ, ਆਪਣਾ ਜਿਹੜਾ CF ਦਿੱਤਾ ਹੋਇਆ ਸੀ ਦੂਜੇ ਪਾਸੇ ਜਾ ਕੇ ਡਿਵਾਈਡ ਹੋ ਗਿਆ, ਇਹਨਾਂ ਦੀਆਂ ਵੈਲਿਊਸ ਆਪਾਂ ਨਿਕਾਲੀਆਂ ਹੋਈਆਂ ਸੀ, ਵੈਲਿਊ ਪੁੱਟ ਕਰ ਦਿਓ, ਸੋਲਵ ਕਰੋਗੇ ਆਪਣੇ ਕੋਲੇ ਕੀ ਆ ਰਿਕੁਆਇਰ ਰਿਜ਼ਲਟ ਆ ਜਾਏਗਾ। ਨਾਓ ਨੈਕਸਟ ਆਪਣੇ ਕੋਲੇ ਕੰਡੀਸ਼ਨ ਦਿੱਤੀ ਹੋਈ ਸੀ, ਕਹਿੰਦੇ ਦੈਨ CE ਕੀ ਕਰੂਗਾ, ਬਿਕਮਸ ਨੈਗੇਟਿਵ ਹੋਵੇਗਾ, ਸੋ ਵੇਟ ਕੀ ਹੋਊਗਾ, ਕਹਿੰਦੇ ਨੋ ਵੇਟ ਇਜ਼ ਨੀਡਡ ਐਂਡ ਲਮੀਨੀਆ ਸ਼ੀਲ ਟਰਨ ਬਾਏ ਇਟਸੈਲਫ ਹੋ ਜਾਏਗੀ, ਠੀਕ ਹੈ। ਤਾਂ ਇਸ ਤਰ੍ਹਾਂ ਐਗਜ਼ਾਮਪਲ ਕਰਨੀ ਹੈ ਬੇਟਾ, ਠੀਕ ਹੈ। ਅਗਰ ਕੋਈ ਕਨਫਿਊਜ਼ਨ ਹੋਈ ਤਾਂ ਮੈਨੂੰ ਦੱਸ ਦਿਓ, ਠੀਕ ਹੈ।